ਲਹਿੰਦੇ ਪੰਜਾਬ ਤੋਂ ਮੈਂ ਤੁਹਾਡਾ ਹੋਸਟ ਮਹਿਰ ਵਕਾਰ ਅਨਵਰ। ਅੱਜ ਅਸੀਂ ਗੱਲ ਕਰਨੀ ਹੈ 50 ਡਿਗਰੀ ਸੈਂਟੀਗ੍ਰੇਡ ਦੇ ਵਿੱਚ ਜੰਗਲਾਤ ਦੇ ਉੱਤੇ ਕਿ ਜਾਨਵਰ ਜਿਹੜੇ ਨੇ ਉਹ ਕਿਸ ਤਰ੍ਹਾਂ ਜੰਗਲਾਤ ਦੇ ਵਿੱਚ ਜ਼ਿੰਦਾ ਰਹਿੰਦੇ ਨੇ। ਇੰਨੀ ਗਰਮੀ ਤੇ ਤਪਸ਼ ਦੇ ਬਾਵਜੂਦ ਜਿਹੜੇ ਇਨਸਾਨ ਨੇ ਕੂਲਰ ਪੱਖਾ ਏਸੀ ਇਹਦੇ ਤੋਂ ਬਗੈਰ ਉਹਨਾਂ ਦਾ ਰਹਿਣਾ ਮੁਸ਼ਕਲ ਹੋ ਜਾਂਦਾ ਹੈ, ਉਹਨਾਂ ਦੇ ਬੁਰੇ ਹਾਲ ਹੋ ਜਾਂਦੇ ਨੇ। ਤੇ ਇਸੇ ਤਰ੍ਹਾਂ ਹੀ ਜਿਹੜੇ ਕੁਦਰਤ ਦੇ ਖੂਬਸੂਰਤ ਜਾਨਵਰ ਨੇ ਤੇ ਕੁਦਰਤ ਦੇ ਜਿਹੜੇ ਜੰਗਲਾਤ ਦੇ ਵਿੱਚ ਨਜ਼ਾਰੇ ਨੇ ਉਹਨਾਂ ਦੇ ਵਿੱਚ ਜਾਨਵਰ ਜਿਹੜੇ ਨੇ ਕਿਸ ਤਰ੍ਹਾਂ ਜ਼ਿੰਦਾ ਰਹਿੰਦੇ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜੰਗਲਾਤ ਦੀ ਜਿਹੜੀ ਜ਼ਿੰਦਗੀ ਹੈ ਉਹ ਗੁਜ਼ਾਰਨਾ ਕਿੱਡਾ ਮੁਸ਼ਕਲ ਹੈ। ਤੇ ਇਨਸਾਨ ਸੋਚਦਾ ਹੈ ਕਿ ਜੰਗਲਾਤ ਦੀ ਜ਼ਿੰਦਗੀ ਬੜੀ ਆਸਾਨ ਹੈ, ਬੜੀ ਸਕੂਨ ਦੇ ਆ। ਇਸੇ ਤਰ੍ਹਾਂ ਹੀ ਸਕੂਨ ਦੇ ਤਾਂ ਜ਼ਰੂਰ ਹੁੰਦੀ ਹੈ, ਲੇਕਿਨ ਇੰਨੀ ਗਰਮੀ ਤਪਸ਼ ਦੇ ਬਾਵਜੂਦ ਕਿਹੜਾ ਕਿਹੜਾ ਜਾਨਵਰ ਕਿਸ ਟਾਈਮ ਸ਼ਿਕਾਰ ਕਰਦਾ ਹੈ ਤੇ ਏਡੀ ਗਰਮੀ ਦੇ ਵਿੱਚ ਬਚਣ ਵਾਸਤੇ ਕੀ ਕੀ ਕੁਦਰਤ ਨੇ ਨਜ਼ਾਰੇ ਜੰਗਲਾਤ ਦੇ ਵਿੱਚ ਬਣਾਏ ਨੇ। ਜਿਹੜਾ ਹਾਥੀ ਏ ਉਹ ਆਪਦੇ ਉੱਤੇ ਪਾਣੀ ਤੇ ਮਿੱਟੀ ਸੱਟ ਕੇ ਆਪਦੇ ਆਪ ਨੂੰ ਠੰਡਾ ਰੱਖਣ ਵਾਸਤੇ ਗਰਮੀ ਦੀ ਸ਼ਿੱਦਤ ਤੋਂ ਬਚਦਾ ਹੈ ਤੇ ਉਸ ਤੋਂ ਬਾਅਦ ਉਹ ਜ਼ਿੰਦਾ ਰਹਿੰਦਾ ਹੈ। ਇਸੇ ਤਰ੍ਹਾਂ ਹੀ ਅਗਰ ਮਾਸੂਮ ਜਾਨਵਰ ਹਿਰਨ ਦੀ ਗੱਲ ਕੀਤੀ ਜਾਵੇ ਤੇ ਉਹ ਜ਼ਿਆਦਾਤਰ ਜੰਗਲਾਤ ਦੇ ਵਿੱਚ ਜਿੱਥੇ ਛੋਟੀਆਂ ਛੋਟੀਆਂ ਪਾਣੀ ਦੀਆਂ ਟਿੱਬੀਆਂ ਬਣੀਆਂ ਹੁੰਦੀਆਂ ਨੇ ਠੰਡੀਆਂ ਠੰਡੀਆਂ, ਉੱਥੇ ਜਾ ਕੇ ਉਹਨਾਂ ਦੇ ਕਿਨਾਰੇ ਰਹਿਣ ਦੀ ਕੋਸ਼ਿਸ਼ ਕਰਦਾ, ਠੰਡੀ ਜਗ੍ਹਾ ਦੇ ਉੱਤੇ ਰਹਿ ਕੇ ਸਕੂਨ ਦੇ ਜ਼ਿੰਦਗੀ ਗੁਜ਼ਾਰੇ। ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਸ਼ੇਰ ਚੀਤਿਆਂ ਦੀ, ਤੇ ਜਿਹੜੇ ਸ਼ੇਰ ਤੇ ਚੀਤੇ ਨੇ ਇਹ ਗੁਫਾਵਾਂ ਲੱਭਦੇ ਨੇ ਜੰਗਲ ਦੇ ਵਿੱਚ, ਅੰਦਰੂਨ ਜਗ੍ਹਾ ਲੱਭਦੇ ਨੇ। ਜਿਸ ਤਰ੍ਹਾਂ ਗਰਮੀ ਦੀ ਸ਼ਿੱਦਤ ਤੇ ਤਪਸ਼ ਵੱਧਦੀ ਏ, ਇਹ ਪੂਰਾ ਦਿਨ ਗੁਫਾਵਾਂ ਦੇ ਵਿੱਚ ਲੁਕੇ ਰਹਿੰਦੇ ਨੇ, ਦਿਨ ਦੇ ਵਕਤ ਇਹ ਸ਼ਿਕਾਰ ਨਹੀਂ ਕਰਦੇ। ਉਸ ਤੋਂ ਬਾਅਦ ਜਿਵੇਂ ਹੀ ਸ਼ਾਮ ਦਾ ਵੇਲਾ ਪੈਂਦਾ ਹੈ, ਸਕੂਨ ਹੁੰਦਾ ਹੈ, ਠੰਡਕ ਹੁੰਦੀ ਹੈ, ਤੇ ਫੌਰੀ ਤੌਰ ਤੇ ਜਿਹੜੇ ਸ਼ੇਰ ਤੇ ਚੀਤੇ ਨੇ ਜੰਗਲ ਦੇ ਵਿੱਚ ਨਿਕਲਦੇ ਨੇ, ਮੁਖਤਲਿਫ ਜਗ੍ਹਾ ਤੇ ਮੁਖਤਲਿਫ ਇਲਾਕਿਆਂ ਦੇ ਵਿੱਚ ਜਾਂਦੇ ਨੇ। ਸ਼ੇਰ ਤੇ ਚੀਤੇ ਨੂੰ ਜੰਗਲ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇਹ ਆਪਦਾ ਸ਼ਿਕਾਰ ਕਰਦੇ ਨੇ। ਇਸੇ ਤਰ੍ਹਾਂ ਜਿਹੜਾ ਇੱਕ ਰੇਗਿਸਤਾਨ ਦਾ ਜਿਹੜਾ ਘੋੜਾ ਗਿਣਿਆ ਜਾਂਦਾ ਹੈ, ਜਹਾਜ਼ ਸਮਝਿਆ ਜਾਂਦਾ ਹੈ ਜਿਹਨੂੰ, ਉਹ ਜਿਹੜਾ ਹੈਗਾ ਊਂਠ ਹੈ। ਤੇ ਊਂਠ ਜਿਹੜਾ ਹੈ ਉਹ ਕਈ ਦਿਨਾਂ ਤੱਕ ਪਾਣੀ ਤੋਂ ਬਗੈਰ ਵੀ ਜ਼ਿੰਦਾ ਰਹਿ ਸਕਦਾ ਹੈ। ਉਹਦੇ ਜਿਸਮ ਦੇ ਵਿੱਚ ਕੁਦਰਤ ਨੇ ਇਸ ਤਰ੍ਹਾਂ ਦੀ ਤਾਕਤ ਦਿੱਤੀ ਹੈ ਕਿ ਕਈ ਕਈ ਦਿਨਾਂ ਤੱਕ ਅਗਰ ਉਹ ਸਫ਼ਰ ਵੀ ਕਰਦਾ ਰਹੇ ਤੇ ਉਹਨੂੰ ਕੋਈ ਪਰਵਾਹ ਨਹੀਂ, ਨਾ ਉਹਨੂੰ ਧੁੱਪ ਦੀ ਪਰਵਾਹ ਹੈ ਤੇ ਨਾ ਉਹਨੂੰ ਕਿਸੇ ਗੱਲਬਾਤ ਦੀ ਪਰਵਾਹ ਹੈ। ਇਸੇ ਤਰ੍ਹਾਂ ਹੀ ਜੰਗਲਾਤ ਦੀ ਜਿਹੜੀ ਜ਼ਿੰਦਗੀ ਉਹ ਬੜੀ ਮੁਸ਼ਕਲ ਹੁੰਦੀ ਹੈ। ਲੋਕ ਸਮਝਦੇ ਨੇ ਕਿ ਜੰਗਲਾਤ ਦੀ ਜ਼ਿੰਦਗੀ ਬੜੀ ਆਸਾਨ ਹੈ ਤੇ ਸਕੂਨ ਦੇ ਆ। ਇੱਕ ਪਾਸੇ ਤੁਸੀਂ ਵੇਖ ਲਵੋ ਕਿ ਕੁਦਰਤ ਨੇ ਕਿੱਡਾ ਖੂਬਸੂਰਤ ਜਿਹੜਾ ਨਜ਼ਾਰਾ ਹੈ ਉਹ ਜੰਗਲਾਂ ਦੇ ਵਿੱਚ ਬਣਾਇਆ, ਤੇ ਉਸ ਦੇ ਬਾਵਜੂਦ ਵੀ ਜਿਹੜੇ ਜਾਨਵਰ ਨੇ ਜ਼ਿੰਦਾ ਰਹਿੰਦੇ ਨੇ। ਇਸੇ ਤਰ੍ਹਾਂ ਸੱਪ ਜਿਹੜੇ ਦੂਸਰੇ ਦੀਗਰ ਜਾਨਵਰ ਨੇ ਉਹ ਜਿਵੇਂ ਗਰਮੀ ਦੀ ਸ਼ਿੱਦਤ ਤੇ ਧੁੱਪ ਪੈਂਦੀ ਹੈ ਆਪਦੀਆਂ ਖੁੱਡਾਂ ਦੇ ਵਿੱਚੋਂ ਨਿਕਲ ਕੇ ਠੰਡੀਆਂ ਜਗ੍ਹਾ ਲੱਭਦੇ ਨੇ। ਉਸ ਤੋਂ ਬਾਅਦ ਉਹਨਾਂ ਦੇ ਵਿੱਚ ਜਾ ਕੇ ਲੋਕ ਜਾਂਦੇ ਨੇ, ਫਿਰ ਉਸ ਤੋਂ ਬਾਅਦ ਆਪਦਾ ਸ਼ਿਕਾਰ ਕਰਦੇ ਨੇ। ਤੇ ਅਗਰ ਤੁਸੀਂ ਕਿਸੇ ਜਾਨਵਰ ਨੂੰ ਨੁਕਸਾਨ ਪਹੁੰਚਾਓਗੇ ਤੇ ਉਸ ਤੋਂ ਬਾਅਦ ਉਹ ਜਾਨਵਰ ਤੁਹਾਡੇ ਉੱਤੇ ਹਮਲਾ ਕਰੇਗਾ ਤੇ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ। ਇਸੇ ਤਰ੍ਹਾਂ ਹੀ ਅਗਰ ਤੁਸੀਂ ਜਾਨਵਰਾਂ ਦੇ ਨਾਲ ਪਿਆਰ ਕਰੋਗੇ ਤੇ ਜਾਨਵਰ ਵੀ ਤੁਹਾਡੇ ਨਾਲ ਪਿਆਰ ਕਰਨਗੇ। ਹਮੇਸ਼ਾ ਤੋਂ ਤੁਸੀਂ ਕਿਸੇ ਚੀਜ਼ ਦੇ ਨਾਲ ਵੀ ਕੋਈ ਵੀ ਪੰਗਾ ਨਹੀਂ ਲੈਣਾ, ਉਹਦੇ ਨਾਲ ਪਿਆਰ ਕਰਨਾ ਹੈ। ਜਿਹੜੇ ਜਾਨਵਰ ਹੁੰਦੇ ਨੇ ਕੁਦਰਤ ਦਾ ਨਜ਼ਾਰਾ ਹੈ ਖੂਬਸੂਰਤ, ਕੁਦਰਤ ਨੇ ਇਹਨਾਂ ਨੂੰ ਹਿੰਮਤ ਤੇ ਤਾਕਤ ਦਿੱਤੀ ਹੈ। ਇਸ ਵਾਸਤੇ ਏਡੀ ਗਰਮੀ ਤੇ ਸ਼ਿੱਦਤ ਦੇ ਬਾਵਜੂਦ ਵੀ ਇਹ ਜੰਗਲਾਤ ਦਾ ਹੁਸਨ ਬਰਕਰਾਰ ਰੱਖਦੇ ਨੇ। ਲੋਕ ਛੁਪ ਕੇ ਜਿਸ ਤਰ੍ਹਾਂ ਵੀ ਗਰਮੀ ਦੀ ਸ਼ਿੱਦਤ ਤੋਂ ਬਚਦੇ ਨੇ ਤੇ ਉਸ ਤੋਂ ਬਾਅਦ ਇਹ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ। ਇਸੇ ਤਰ੍ਹਾਂ ਹੀ ਸਰਦੀਆਂ ਦੇ ਵਿੱਚ ਵੀ ਇਹੋ ਹੀ ਸੂਰਤ ਹਾਲ ਹੁੰਦੀ ਹੈ ਕਿ ਸਰਦੀਆਂ ਦੇ ਵਿੱਚ ਜਦੋਂ ਸਰਦੀ ਹੁੰਦੀ ਹੈ, ਬਰਫ਼ਬਾਰੀ ਹੁੰਦੀ ਹੈ, ਉਦੋਂ ਵੀ ਮੌਸਮ ਇਸ ਤਰ੍ਹਾਂ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਬਾਰਿਸ਼ ਤੂਫਾਨ ਆਂਦੀ ਆਂਦੀ ਉਦੋਂ ਵੀ ਜਾਨਵਰਾਂ ਨੇ ਲੁਕ ਛੁਪ ਕੇ ਆਪਦੇ ਆਪ ਨੂੰ ਕਵਰ ਕਰਨਾ ਹੁੰਦਾ ਹੈ, ਬਿਮਾਰੀਆਂ ਤੋਂ ਵੀ ਬਚਣਾ ਹੁੰਦਾ ਹੈ, ਗਰਮ ਤੇ ਠੰਡੇ ਮੌਸਮ ਤੋਂ ਵੀ ਬਚਣਾ ਹੁੰਦਾ ਹੈ। ਇਹ ਸੀ ਅੱਜ ਦੀ ਸਟੋਰੀ। ਅਗਰ ਤੁਹਾਨੂੰ ਪਸੰਦ ਆਈ ਹੈ ਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਸ਼ੇਅਰ ਕਰੋ। ਤੇ ਇਸ ਤਰ੍ਹਾਂ ਦੀਆਂ ਮਜ਼ੀਦ ਜਿਹੜੀਆਂ ਵੀਡੀਓ ਨੇ ਲਾਹੌਰ ਡਿਜੀਟਲ ਦੇ ਉੱਤੇ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਉਦੋਂ ਤੱਕ ਅੱਲਾ ਨਿਗਹਿਬਾਨ।